ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਵਰਲਡ ਪੰਜਾਬੀ ਨਿਊਜ਼ ਦੇ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਰਿਦਮ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ। ਬਰੈਂਪਟਨ ਵਿਖੇ ਮਨਾਇਆ ਗਿਆ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ। ਤਰਕਸ਼ੀਲ ਸੁਸਾਇਟੀ ਵੱਲੋਂ ਚੰਗਿਊਜ਼ੀ ਪਾਰਕ 'ਚ ਕਰਵਾਇਆ ਗਿਆ ਸਮਾਗਮ। ਪਾਕਿਸਤਾਨ 'ਚ ਬੇਰੋਜ਼ਗਾਰੀ ਦੀ ਮਾਰ, ਚਪੜਾਸੀ ਦੇ ਇੱਕ ਅਹੁਦੇ ਲਈ 15 ਲੱਖ ਲੋਕਾਂ ਨੇ ਦਿੱਤੀ ਅਰਜ਼ੀ। ਇਕਵਾਡੋਰ ਦੀ ਜੇਲ੍ਹ 'ਚ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ, 116 ਕੈਦੀਆਂ ਦੀ ਹੋਈ ਮੌਤ। ਅਮਰੀਕਾ ਨੇ 9 ਦਿਨਾਂ 'ਚ ਲਗਭਗ 4000 ਹੈਤੀ ਵਾਸੀਆਂ ਨੂੰ ਕੀਤਾ ਡਿਪੋਰਟ। ਤੇ ਹੁਣ ਖਬਰਾਂ ਵਿਸਥਾਰ ਨਾਲ। ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਵਸ ਤੇ ਭਾਜੀ ਗੁਰਸ਼ਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਹਮਾਇਤ 'ਚ ਬਰੈਂਪਟਨ ਦੀ ਚੰਗਿਊਜ਼ੀ ਪਾਰਕ 'ਚ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅੱਧੀ ਦਰਜਨ ਦੇ ਕਰੀਬ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਵੱਡੀ ਗਿਣਤੀ ਵਿੱਚ 71 ਲੋਕਾਂ ਨੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਤਖਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ। ਬੁਲਾਰਿਆਂ ਨੇ ਸਟੇਜ ਤੋਂ ਸੰਬੋਧਿਤ ਹੁੰਦਿਆਂ ਭਗਤ ਸਿੰਘ ਅਤੇ ਭਾਜੀ ਗੁਰਸ਼ਰਨ ਸਿੰਘ ਦੀ ਸੋਚ ਤੇ ਪਹਿਰਾ ਦੇਣ ਦਾ ਹੋਕਾ ਦਿੱਤਾ। ਇਸ ਮੌਕੇ ਭਗਤ ਸਿੰਘ ਦੀ ਭਤੀਜੀ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ। ਪੇਸ਼ ਹੈ ਟੋਰਾਂਟੋ ਤੋਂ ਚਮਕੌਰ ਸਿੰਘ ਮਾਛੀਕੇ ਦੀ ਇੱਕ ਖਾਸ ਰਿਪੋਰਟ। ਮਲੂਕ ਸਿੰਘ ਕਾਲੋਂ ਮੈਂ ਆਪਣਾ ਮਲੂਕ ਸਿੰਘ ਕਾਲੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਇਸ ਸਮਾਗਮ ਵਿੱਚ ਜਿਹਦੇ 'ਚ ਭਗਤ ਸਿੰਘ ਦਾ ਤੇ ਭਾਜੀ ਗੁਰਸ਼ਰਨ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ, ਉਸ ਸੰਬੰਧ 'ਚ ਅਸੀਂ ਇਕੱਤਰ ਹੋਏ ਹਾਂ ਤੇ ਅਸੀਂ ਭਗਤ ਸਿੰਘ ਤੇ ਭਾਜੀ ਦੀ ਸੋਚ ਜਿਹੜੀ ਲੋਕ ਪੱਖੀ ਸੋਚ ਸੀ ਉਹਨੂੰ ਪ੍ਰਨਾਏ ਹੋਏ ਹਾਂ ਤੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਅੱਜ ਆਪਣੇ ਸ਼ਹੀਦਾਂ ਨੂੰ, ਆਪਣੇ ਮਹਾਨ ਲੀਡਰਾਂ ਨੂੰ ਜਿਨ੍ਹਾਂ ਨੇ ਕੌਮ ਲਈ, ਦੇਸ਼ ਲਈ, ਲੋਕਾਂ ਲਈ ਕੁਝ ਕੀਤਾ ਹੋਵੇ, ਉਹਨਾਂ ਨੂੰ ਯਾਦ ਕਰਨਾ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ, ਡਿਊਟੀ ਬਣਦੀ ਹੈ। ਹਾਂਜੀ ਬਲ ਸਾਹਿਬ ਦਿਓ ਜਾਣਕਾਰੀ ਅੱਜ ਦੇ ਪ੍ਰੋਗਰਾਮ। ਸ਼ਹੀਦਾਂ ਦੇ ਸਰਤਾਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ, ਜਿਨ੍ਹਾਂ ਦਾ ਅੱਜ 26 ਸਤੰਬਰ ਦਾ ਦਿਨ ਹੈ। ਇੱਥੇ ਕਮਿਊਨਿਟੀ ਵੱਲੋਂ, ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਸਮਾਗਮ ਹੋ ਰਹੇ ਨੇ ਤੇ ਕੱਲ੍ਹ ਨੂੰ 27 ਸਤੰਬਰ ਤੇ 1907 ਨੂੰ ਉਹਨਾਂ ਦਾ ਜਿਹੜਾ ਜਨਮ ਸੀਗਾ ਉਹ ਲਾਇਲਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਬੰਗਾ ਪਿੰਡ ਜਿਹੜਾ ਹੈ ਉੱਥੇ ਉਹਦਾ ਹੋਇਆ। ਔਰ मैं समझदा कि उर्दू का बड़ा प्यारा शेर है कि हजारों बरस नरगिस अपनी बेनूरी पे रोती है, बड़ी मुश्किल से होता है चमन में दीदावर पैदा। सदियां नहीं कई सदियां तो बाद मैं समझदा इहो जिहे महान मनुख दुनिया ते आउंदे ने जिहड़े अपने 23 वरियां दी जिंदगी दे विच पहलां ते तुहाडे 5 7 10 वरे ते बचपन ही हुंदा है ਤੇ ਉਸ ਤੋਂ ਅਗਲਾ ਜਿਹੜਾ 10-15 ਸਾਲ ਦੇ ਵਿੱਚ ਅਜਿਹਾ ਕਰ ਜਾਣਾ ਔਰ ਇੱਕ ਫਲਸਫਾ ਦੁਨੀਆ ਨੂੰ ਦੇ ਜਾਣਾ, ਆਪਣੇ ਨਾਂ ਇੱਕ ਤਰ੍ਹਾਂ ਦੀ ਇੱਕ ਇੰਸਟੀਟਿਊਸ਼ਨ ਜਿਹੜੀ ਆ ਉਹ ਬਣਾ ਜਾਣਾ ਕਿ ਅੱਜ ਵੀ ਲੋਕ ਉਹਨਾਂ ਨੂੰ ਸ਼ਾਇਦ ਉਸ ਤੋਂ ਜ਼ਿਆਦਾ ਯਾਦ ਕਰਦੇ ਨੇ। ਜਿਹੜਾ ਉਹਨਾਂ ਦਾ ਸ਼ਹਾਦਤ ਦਾ ਦਿਨ ਹੈ 23 ਮਾਰਚ 1931, ਅੱਜ ਵੀ ਦੁਨੀਆ ਦੇ ਵਿੱਚ ਉਹਨਾਂ ਦਾ ਜਿਹੜਾ ਮੈਸੇਜ ਹੈ, ਉਹ ਸੁਨੇਹਾ ਹੈ, ਉਹ ਸਾਰੇ ਬ੍ਰਹਿਮੰਡ ਦੇ ਵਿੱਚ, ਸਾਰੇ ਦੇਸ਼ਾਂ ਦੇ ਦਸਾਂਤਰਾਂ ਦੇ ਵਿੱਚ ਉਹ ਫੈਲ ਰਿਹਾ ਹੈ। ਤੇ ਜਿਹੜੇ ਲੋਕ ਮਨੁੱਖੀ ਹੱਕਾਂ ਦੀ ਰਾਖੀ ਦੀ ਖਾਤਰ ਜੂਝਦੇ ਹਨ, ਲੜਦੇ ਹਨ, ਆਪਣੀਆਂ ਜ਼ਿੰਦਗੀਆਂ ਸਮਰਪਿਤ ਕੀਤੀਆਂ ਨੇ, ਉਹਨਾਂ ਨੇ ਉਹ ਚਾਨਣ ਮਨਾਰਾ ਨੇ ਤੇ ਚਾਨਣ ਮਨਾਰਾ ਰਹਿਣਗੇ। ਸਾਡੀ ਇੱਥੋਂ ਦੀ ਲੋਕਲ ਕਮਿਊਨਿਟੀ ਬਰੈਂਪਟਨ ਦੀ ਅੱਜ ਇਕੱਠੇ ਹੋ ਕੇ ਉਹਨਾਂ ਦਾ ਜਿਹੜਾ ਜਨਮ ਦਿਨ ਹੈ ਉਹ ਮਨਾ ਰਹੀ ਹੈ। ਮੈਂ ਕਹਿੰਦਾ ਮਨਾਉਣਾ ਵੀ ਚਾਹੀਦਾ ਹੈ। ਉਹਨਾਂ ਦਾ ਜਿਹੜਾ ਸੰਦੇਸ਼ ਹੈ ਉਸ ਦਾ ਜਿਹੜਾ ਉਹਦਾ ਮੈਸੇਜ ਅੱਗੇ ਜਾਏਗਾ ਤੇ ਸਾਨੂੰ ਯਾਦ ਵੀ ਰੱਖਣਾ ਚਾਹੀਦਾ ਹੈ। ਤੇ ਜਿਹੜਾ ਉਹਨਾਂ ਦੇ ਜੀਵਨ ਦਾ ਆਦਰਸ਼ ਜਿਹੜਾ ਪਾਏ ਹੋਏ ਪੂਰਨੇ ਨੇ, ਉਹਨਾਂ ਤੇ ਚੱਲਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਜਿੰਨੇ ਵੀ ਪ੍ਰਬੰਧਕ ਇਸ ਪ੍ਰੋਗਰਾਮ ਨੂੰ ਇੱਥੇ ਉਲੀਕੀ ਬੈਠੇ ਨੇ, ਮੈਂ ਉਹਨਾਂ ਨੂੰ ਦਿਲੋਂ ਮੁਬਾਰਕਬਾਦ ਪੇਸ਼ ਕਰਦਾ ਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਆਪਣਾ ਨਾਮ? ਹਾਂਜੀ, ਮੇਰਾ ਨਾਮ ਇੰਦਰਜੀਤ ਹੈ। ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਭਤੀਜੀ ਹਾਂ, ਉਹਨਾਂ ਦੇ ਛੋਟੇ ਬ੍ਰਦਰ ਸਰਦਾਰ ਕੁਲਤਾਰ ਸਿੰਘ ਜੀ ਦੀ ਬੇਟੀ। ਤੇ ਸਾਨੂੰ ਬਚਪਨ ਤੋਂ ਹੀ ਅਸੀਂ ਉਹਨਾਂ ਦੇ ਬਾਰੇ 'ਚ ਗੱਲਾਂ ਸੁਣਦੇ ਰਹੇ। ਸਾਡੇ ਦਾਦੀ ਜੀ, ਬਾਬਾ ਜੀ ਉਹਨਾਂ ਤੋਂ, ਪਾਪਾ ਜੀ ਉਹਨਾਂ ਤੋਂ, ਸਾਰਿਆਂ ਤੋਂ ਦੱਸਦੇ ਸੀਗੇ ਵੀ ਸ਼ਹੀਦ ਆਜ਼ਮ ਭਗਤ ਸਿੰਘ ਸਿਰਫ ਆਪਣੇ ਲਈ ਨਹੀਂ, ਉਹ ਦੁਨੀਆ ਵਾਸਤੇ, ਕੌਮ ਵਾਸਤੇ ਆਪਣਾ ਜਾਨ ਦੀ ਕੁਰਬਾਨੀ ਦਿੱਤੀ ਹੈ।
ਸਿਰਫ ਆਪਣੇ ਵਾਸਤੇ ਉਹਨਾਂ ਨੇ ਕਦੇ ਵੀ ਕੁਝ ਨਹੀਂ ਸੀ ਸੋਚਿਆ, ਸਦਾ ਸਮਾਜ ਵਾਸਤੇ ਸੋਚਿਆ ਸੀ। ਸੋ ਜਿਹੜਾ ਅੱਜ ਕੱਲ੍ਹ ਹਾਲਾਤ ਚੱਲ ਰਹੇ ਆ, ਜੋ ਕਿਸਾਨਾਂ ਨਾਲ ਬੁਰਾ ਹੋ ਰਿਹਾ ਆ, ਉਸ ਚੀਜ਼ ਦੀ ਵੀ ਉਹਨਾਂ ਨੂੰ ਉਸ ਟਾਈਮ 'ਚ ਹੀ ਪਤਾ ਸੀਗਾ। ਉਹ ਸਭ ਨੂੰ ਚਾਹੁੰਦੇ ਸੀ ਬਰਾਬਰੀ ਦਾ ਦਰਜਾ ਮਿਲੇ, ਜੋ ਕਿ ਬਿਲਕੁਲ ਨਹੀਂ ਮਿਲਿਆ। ਉਹ ਇਹ ਨਹੀਂ ਸੀ ਚਾਹੁੰਦੇ ਵੀ ਕੰਮ ਕਰਨ ਵਾਲੇ ਮਜ਼ਦੂਰ ਜਿਹੜੇ ਆ ਉਹ ਵਿਚਾਰੇ ਭੁੱਖੇ ਸੌਣ, ਮਕਾਨ ਬਣਾਉਣ ਵਾਲੇ ਜਿਹੜੇ ਲੋਕੀ ਆ ਉਹ ਸੜਕਾਂ ਤੇ ਸੌਣ, ਤੇ ਸਾਰੇ ਅਮੀਰ ਅਮੀਰਾਂ ਦਾ ਰਹੇ। ਪਰ ਉਸ ਸਾਰੀ ਚੀਜ਼ ਨੂੰ ਭੁਲਾਇਆ ਗਿਆ ਆ। ਤਾਂ ਉਸ ਲਈ ਅਸੀਂ ਵੀ ਉਹਨਾਂ ਨੂੰ ਅਜੇ ਵੀ ਯਾਦ ਕਰਦੇ ਹਾਂ। ਉਹਨਾਂ ਦਾ ਹੁਣ ਜਨਮ ਦਿਨ ਆ ਰਿਹਾ ਆ 28 ਤਰੀਕ ਨੂੰ। ਸੋ ਅਸੀਂ ਹੁਣ ਚਾਹੁੰਦੇ ਹਾਂ ਵੀ ਸਾਰਿਆਂ ਦੇ ਵਿੱਚ ਉਹਨਾਂ ਨੇ ਜੋ ਚਾਹਿਆ ਸੀ ਉਸ ਚੀਜ਼ ਨੂੰ ਮੰਨਿਆ ਜਾਵੇ, ਦੇਖਿਆ ਜਾਵੇ, ਤਾਂ ਕਿ ਅਸੀਂ ਉਸ ਚੀਜ਼ ਲਈ ਪ੍ਰਯਤਨਸ਼ੀਲ ਹਾਂ ਕਿ ਸਾਰੇ ਲੋਕਾਂ ਦੇ ਵਿੱਚ ਉਹਨਾਂ ਦੀ ਜੋ ਆਵਾਜ਼ ਸੀਗੀ ਉਹਨਾਂ ਦੇ ਸਾਹਮਣੇ ਜਾਵੇ, ਤਾਂ ਉਹ ਦੇਸ਼ ਵਾਸਤੇ ਜੋ ਚਾਹੁੰਦੇ ਸੀਗੇ ਉਸ ਚੀਜ਼ ਦੇ ਉਹਨਾਂ ਦੇ ਪੂਰਨਿਆਂ ਤੇ ਅਸੀਂ ਪੂਰੇ ਉਤਰੀਏ। ਤੇ ਬਚਪਨ ਤੋਂ ਹੀ ਅਸੀਂ ਉਹਨਾਂ ਦਾ ਸੁਣਦੇ ਰਹੇ ਹਾਂ ਵੀ ਉਹਨਾਂ ਨੇ ਛੋਟੇ ਹੁੰਦਿਆਂ ਤੋਂ ਹੀ ਇਹੀ ਆਪਣਾ ਪ੍ਰਣ ਲੈ ਲਿਆ ਸੀਗਾ ਕਿ ਮੈਂ ਦੇਸ਼ ਵਾਸਤੇ ਕੁਝ ਕਰਨਾ ਆ। ਈਵਨ ਸਾਡੀ ਫੈਮਿਲੀ ਦੇ ਵਿੱਚ ਵੀ ਸਾਡੇ ਪੜਦਾਦਾ ਜੀ ਤੋਂ ਇਸ ਪਾਸੇ ਲੱਗੇ ਹੋਏ ਸੀਗੇ। ਸਰਦਾਰ ਅਜੀਤ ਸਿੰਘ ਨੇ ਵੀ ਜਦੋਂ 1907 ਦੇ ਵਿੱਚ 5 ਦੇ ਵਿੱਚ ਕਿਸਾਨਾਂ ਦੇ ਨਾਲ ਬੁਰਾ ਹਾਲ ਹੋਣ ਲੱਗਾ ਸੀਗਾ, ਉਦੋਂ ਉਹਨਾਂ ਨੇ ਐਜੀਟੇਸ਼ਨ ਚਲਾਈ ਸੀਗੀ ਤੇ ਪਗੜੀ ਸੰਭਾਲ ਜੱਟਾ ਸਰਦਾਰ ਅਜੀਤ ਸਿੰਘ ਦਾ ਨਾਰਾ ਸੀ। ਉਸ ਵੇਲੇ ਵੀ ਜ਼ਮੀਨਾਂ ਨੂੰ ਜ਼ਬਤ ਕਰਨ ਦਾ ਤਾਂ ਸਾਰੀਆਂ ਇਹ ਗੱਲਾਂ ਚੱਲ ਪਈਆਂ ਸੀਗੀਆਂ, ਜਿਹੜੀਆਂ ਕਿ ਉਸ ਵੇਲੇ ਪਰਿਵਾਰ ਦੇ ਵਿੱਚ ਇਹ ਮੁਹਿੰਮਾਂ ਚਲਾ ਕੇ ਉਹਨਾਂ ਨੇ 9 ਮਹੀਨੇ ਦੀ ਜਦਤ ਤੋਂ ਬਾਅਦ ਉਸ ਕਾਨੂੰਨ ਨੂੰ ਵਾਪਸ ਲਿਆ ਸੀਗਾ। ਇਹ ਜਿਹੜੇ ਬੇਕਾਰ ਦੇ ਕਾਨੂੰਨ ਆਉਂਦੇ ਆ ਉਹਨਾਂ ਨੂੰ ਲੜਨ ਲਈ ਭਗਤ ਸਿੰਘ ਨੇ ਬੰਬ ਚਲਾਇਆ ਸੀਗਾ, ਜਿਹਦੇ ਨਾਲ ਕਿ ਉਹ ਉਹਨਾਂ ਕਾਨੂੰਨਾਂ ਨੂੰ ਲੋਕਾਂ ਦੇ ਉੱਤੇ ਲਾਗੂ ਨਾ ਕਰਨ ਜਿਹਦੇ ਨਾਲ ਸ਼ੋਸ਼ਣ ਹੁੰਦਾ ਆ। ਤੇ ਸ਼ੋਸ਼ਣ ਨੂੰ ਦੂਰ ਕਰਨ ਲਈ ਅਸੀਂ ਵੀ ਪ੍ਰਯਤਨਸ਼ੀਲ ਹਾਂ ਤੇ ਸਾਰੀ ਜਨਤਾ ਹੁਣ ਉਸ ਪਾਸੇ ਨੂੰ ਲੱਗੀ ਹੋਈ ਹੈ। ਤਾਂ ਹੁਣ ਕਿਸਾਨ ਵੀ ਸਾਡੇ ਦੇਖ ਲਓ ਉੱਥੇ ਸਾਰੀ ਸਰਦੀ ਚੱਲੀ ਹੈ, ਸਾਰੀ ਗਰਮੀ ਨਿਕਲ ਗਈ ਆ, ਹੁਣ ਬਰਸਾਤਾਂ 'ਚ ਵੀ ਬੈਠੇ ਆ। ਤਾਂ ਉਹ ਇਹੀ ਚਾਹੁੰਦੇ ਆ ਕਿ ਸੱਚੇ ਕਾਨੂੰਨ ਆਉਣ ਜਿਹਦੇ ਨਾਲ ਸਾਰੀ ਜਨਤਾ ਦਾ ਫਾਇਦਾ ਹੋਵੇ। ਤੇ ਇਸ ਰੂਪ 'ਚ ਅਸੀਂ ਉਹਨਾਂ ਨੂੰ ਯਾਦ ਕਰੀਏ ਸਾਰਿਆਂ ਲਈ ਬਹੁਤ ਅੱਛੀ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਆਸ ਪ੍ਰਗਟਾਈ ਕਿ ਨਵੇਂ ਚੁਣੇ ਗਏ ਐਮਪੀ ਸ਼ਹਿਰ ਦੇ ਹਿੱਤਾਂ ਦਾ ਧਿਆਨ ਰੱਖਣਗੇ ਤੇ ਫੈਡਰਲ ਸਰਕਾਰ ਤੋਂ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਨੂੰ ਨੇਪਰੇ ਚੜਾਉਣ ਲਈ ਕੰਮ ਕਰਨਗੇ। ਮੇਅਰ ਨੇ ਕਿਹਾ ਕਿ ਬੇਸ਼ੱਕ ਚੋਣਾਂ ਦੇ ਹੋਏ ਖਰਚ ਦੇ ਨਜ਼ਰੀਏ ਨਾਲ ਸਭ ਕੁਝ ਦੇਖਿਆ ਜਾਂਦਾ ਹੈ, ਪਰ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਲੋਕਤੰਤਰੀ ਮੁਲਕ ਵਿੱਚ ਵਸਦੇ ਹਾਂ ਅਤੇ ਬਹੁਤ ਲੋਕ ਇਸ ਤਰ੍ਹਾਂ ਦਾ ਸਿਸਟਮ ਚਾਹੁੰਦੇ ਨੇ। So elections are important. It's an opportunity to have serious conversations about different policy topics. We maximized the opportunity in Brampton. We presented a list of all our current applications before the Government of Canada, asked the various parties to sign on for them. We actually have $1.3 billion in pending applications. And all 5 elected MPs signed the pledge. So that's a great starting point for getting support in Ottawa for these important city initiatives, from the LRT extension to rapid bus transit on Queen, to the cybersecurity accelerator, to our active transportation master plan, to electrifying our transit facility. There's some key projects that we need federal partnership on. So I'm elated that the new MPs have signed on to that, and I think we rightly asserted Brampton perspective into the federal election campaign to make sure that the parties were aligned with our aspirations. In terms of the cost of the election, I know elections have a price tag, but I'm grateful to live in a country where we have a vibrant democracy. There's still lots of places in the world they only dream of having this right, and I think when we have the opportunity, we make the most of it and have a vigorous debate of partisan politics and focus on the city of Brampton. The commentary I would offer to the Conservative Party, if anyone asks, is follow the example of Bill Davis. And I did have a conversation with Aaron O'Toole a month or two ago, and my advice to him is that the best example for the way conservatism should be is the former Premier Davis. And he was pragmatic, he was thoughtful, he helped build the social infrastructure of the province, while at the same time being very careful with taxpayer dollars. I thought he left an incredible legacy, and I think anyone who aspires to be a successful premier or prime minister can learn from his example, which was actually less partisan. It's odd to ask someone who wants to be partisan that they should be less partisan, but I really think that is the standard that
Aaron or whoever follows them should aspire to achieve. ਯੂਨਾਈਟਿਡ ਨੇਸ਼ਨ ਦੇ 76ਵੇਂ ਸੈਸ਼ਨ ਦੀ ਸਮਾਪਤੀ ਮੌਕੇ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨੀਓ ਵੱਲੋਂ ਦੋਵੇਂ ਮਾਈਕਲਸ ਦੀ ਰਿਹਾਈ ਲਈ ਸਾਥ ਦੇਣ ਵਾਸਤੇ तमाम ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਹਨਾਂ 40,000 ਰਿਫਿਊਜੀਆਂ ਨੂੰ ਕੈਨੇਡਾ ਵਿੱਚ ਨਾਗਰਿਕਤਾ ਦੇਣ ਅਤੇ ਜਲਵਾਯੂ ਤਬਦੀਲੀ ਸਮੇਤ ਸੰਸਾਰ ਨੂੰ ਦਰਪੇਸ਼ तमाम ਸਮੱਸਿਆਵਾਂ ਬਾਰੇ ਆਪਣੇ ਵਿਚਾਰ ਵੀ ਰੱਖੇ। Canada is not immune to the climate crisis. Earlier this year, the west coast of Canada faced a record-setting heat wave, in some places reaching over 49 degrees Celsius, which saw hundreds of people die, and an entire town in the province of British Columbia destroyed. This is our new reality. We know that the world expects leadership from the United Nations. When we attend COP26 this fall, young people around the world will be looking to us to increase our ambition. 2 days ago, we welcomed back to Canada Michael Kovrig and Michael Spavor, who were imprisoned by the Chinese government after Canada applied both Canadian and international law in response to a request for extradition of a Chinese citizen. Canada observed the rule of law, and 2 Canadian citizens paid a heavy price for this commitment. We did so as a matter of principle, and we are proud of the courage of our 2 citizens, the good faith and resilience of their families, and the determination and creativity of our diplomats. We continue to oppose the way these 2 citizens were treated. And on that, I want to recognize the support of our many international partners in standing with these Canadian citizens, as well as those who helped in developing and signing the Declaration on Arbitrary Detention in State-to-State Relations. Our solidarity in defense of human rights and international law is an important signal. We must continue to stand together, united in our shared determination to defend our values and principles. There is a reason respect for human rights is one of the 3 pillars of the United Nations. Canada will never forget this experience and this lesson. We shall continue to press for an end to arbitrary detention wherever and however it occurs. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਅਕਤੂਬਰ ਵਿੱਚ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਇਸ ਸਾਲ ਦੇ ਅੰਤ ਤੋਂ ਪਹਿਲਾਂ ਉਹ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਟਰੂਡੋ ਨੇ ਜਲਦ ਤੋਂ ਜਲਦ ਫੈਡਰਲ ਵੈਕਸੀਨ ਟੀਚਾ ਪੂਰਾ ਕਰਨ ਦਾ ਵੀ ਵਾਅਦਾ ਕੀਤਾ। I am very pleased to be able to continue to rely on Christia as we do the big things that Canadians have tasked their politicians and their government to do in the coming years. I look forward to getting into it with her and with the other members of Cabinet who I'll be asking to join over the coming weeks. We will be swearing in Cabinet in the month of October, and we will be bringing back the House of Commons before the end of fall. The exact dates still to be worked out, but we are busy getting into the business of delivering on an ambitious agenda that Canadians laid out. I chose to make my first announcement a week after the election here at a vaccine clinic to emphasize that of all the different priorities we continue to have, getting through this COVID-19 crisis remains our very top priority. We're seeing right now in different places across the country significant struggles with this 4th wave, particularly in Alberta, and it looks increasingly like Saskatchewan as well. Our hearts go out to all folks who are dealing with extremely difficult situations because of this pandemic, because of this 4th wave. I can assure you that over the past week, officials at all levels of government have been engaged with their counterparts in Alberta and in Saskatchewan to offer any and all support we can offer, from equipment like ventilators that we've already begun sending out, to human resources, whether it's Canadian Armed Forces or Canadian Red Cross, whether it's facilitating the offers from other provinces who've offered to send folks to support. We will be there to support people in Alberta and Saskatchewan and anywhere across the country where people are continuing to face the challenges around COVID. But of course,
the way through this pandemic, everyone knows. ਕੈਨੇਡਾ ਦੇ ਉੱਤਰੀ ਓਨਟਾਰੀਓ ਵਿੱਚ 24 ਘੰਟਿਆਂ ਦੇ ਵੱਧ ਸਮੇਂ ਤੋਂ ਫਸੇ 39 ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਜਾਰੀ ਰਿਹਾ। ਅਸਲ ਵਿੱਚ ਖਾਣ ਵਿੱਚ ਤਕਨੀਕੀ ਕਾਰਨਾਂ ਕਰਕੇ ਇਸ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ ਸੀ। ਮਾਈਨਿੰਗ ਕੰਪਨੀ ਵੈਲ ਨੇ ਕਿਹਾ ਹੈ ਕਿ ਬਚਾਅ ਟੀਮਾਂ ਓਨਟਾਰੀਓ ਦੇ ਸਡਬਰੀ ਤੋਂ 900 ਮੀਟਰ ਅਤੇ 1200 ਮੀਟਰ ਪੱਛਮ ਦੇ ਵਿਚਕਾਰ ਸਥਿਤ ਟੋਟੇਨ ਖਾਨ ਦੇ ਮਜ਼ਦੂਰਾਂ ਤੱਕ ਪਹੁੰਚ ਗਈਆਂ ਨੇ। ਉਹਨਾਂ ਵਿੱਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ। So we just made jokes and talked about all kinds of different things just to pass the time. You know, we got to know each other. Chaff crew, they were just supposed to be down for a little bit, then go back up for lunch. So their lunch was on surface. So I had stuff, so we just shared that for a bit, and then finally Mine Rescue made it down, and they brought us some granola bars and chocolate bars and stuff until we can get us something different. But it was not bad. Technology and everything, it's lit up. There's good ventilation. It's pretty safe. I mean, of course, there's accidents like this that happen and unforeseen, but for the most part, it's very safe down there. There's the safety we have implemented now, and the rules and regulations we find we follow are. I mean, I think just the cage part to go down, if somebody's claustrophobic, would probably affect them a little bit. But once you're down there, it's pretty big. Well, we didn't know how serious it was, so. At the mine, they give us in all stations when something happens in the mine, so all the miners go to a refuge station where we have water and we have a phone that we could call up or whatever and find out. So usually we just sit still and wait to hear from control room. They let us know what's going on. But we didn't think it was going to be that long, but once we found out, we just hunkered down and made the best of it. And everyone stayed calm? Oh yeah. It was we had a good morale, and like I said, I was with 3 other guys, and we just, like I said, we just cracked jokes and kept busy and passed the time. Had a nap here and there, best we can. Well, it took us, the 4 of us. Luckily, we were only on 1850. The other guys were down at 31. But for us, it took us 2 hours and 15 minutes, I think, to come up with like a few breaks along the way, because it is a long haul going up. So the first part of it, every 20 feet, there's a landing we could stop and rest, catch our breath. And then the other section, every 100 feet, there's a landing we could stop. But halfway up, we stop at the 1250 level, where there's another refuge, and there was more rescue workers there. ਕੈਨੇਡਾ ਦੇ ਬਿਸ਼ਪਸ ਦੇ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਨੂੰ ਉਹਨਾਂ ਦੇ ਪਰਿਵਾਰਾਂ ਤੇ ਦੇਸ਼ ਭਰ ਵਿੱਚ ਉਹਨਾਂ ਦੀਆਂ ਕਮਿਊਨਿਟੀਜ਼ ਲਈ ਰੀਕੋਲੀਏਸ਼ਨ ਪ੍ਰੋਜੈਕਟ ਵਿੱਚ ਮਦਦ ਵਾਸਤੇ $30 ਮਿਲੀਅਨ ਦੇਣ ਦਾ ਤਈਆ ਪ੍ਰਗਟਾਇਆ ਹੈ। ਅਜਿਹਾ ਉਹ ਲੋਕਲ ਪੱਧਰ ਉੱਤੇ ਪਹਿਲ ਕਦਮੀਆਂ ਨੂੰ ਫੰਡ ਕਰਕੇ ਕਰਨਗੇ। ਕੈਨੇਡਾ ਭਰ ਵਿੱਚ ਪਾਦਰੀਆਂ ਨੂੰ ਆਪਣੇ ਇਲਾਕੇ ਤੋਂ ਇਸ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਪੈਸੇ ਜੁਟਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। Well, we met in plenary, which happens once a year, and so this past week, all of the bishops of Canada, and in coming together, many of us have made apologies in our various dioceses and regions. Mm-hmm. But at this plenary, the suggestion and the need for us to sort of, with one voice as bishops in plenary, make this apology. And so it was an unequivocal apology. It was one that recognized the history, the pain and the suffering that the residential school system caused, and also our participation in it as a Catholic Church. What is that history? What do you see it as? Well, I see it as a history that has been something that our First Nations communities have continued to carry. And as it has come to light through the Truth and Reconciliation Commission, and also through our own history and experience as a church, we realize that system often created a separation from their culture, from their language, and also spirituality. And so that is trying right now among our First Nations is to be reclaimed. And I think our Canadian country needs to be more aware that this history has taken many of those very important human and cultural realities away from them. Well, the government was part of establishing that system with the Indian Act,
And throughout the history of Canada, that act also involves certain actions on the part of the government. But that doesn't take away from our participation as other religious bodies, such as the Anglican Church and the United. We participated to that degree in the education of these children in residential school settings. ਪਿਕਰਿੰਗ ਵਿੱਚ ਟਾਊਨ ਹਾਊਸ ਕੰਪਲੈਕਸ ਵਿੱਚ ਰਾਤੀ ਹੋਈ ਸ਼ੂਟਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਹੋਮਿਸਾਈਡ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਰਾਤ 11:30 ਵਜੇ ਦੇ ਨੇੜੇ ਚਲਾਈਆਂ ਗਈਆਂ ਗੋਲੀਆਂ ਬਾਰੇ ਡਰੈਗਨ ਫਲਾਈ ਐਵੀਨਿਊ ਨੇੜੇ ਟੋਟੇਨ ਰੋਡ ਤੇ ਵਾਈਟਸ ਰੋਡ ਉਤੇ ਸਥਿਤ ਇੱਕ ਕਾਰ ਉਤੇ ਚਲਾਈਆਂ ਗਈਆਂ ਗੋਲੀਆਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਦਰਹਾਮ ਪੁਲਿਸ ਮੌਕੇ ਤੇ ਪਹੁੰਚੀ। ਫੋਰਡ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਨਵਾਂ ਵੈਕਸੀਨ ਸਰਟੀਫਿਕੇਟ ਲਾਗੂ ਕਰਨ ਲਈ ਉਹਨਾਂ ਵੱਲੋਂ ਐਜੂਕੇਸ਼ਨ ਫਸਟ ਪਹੁੰਚ ਅਪਣਾਈ ਜਾ ਰਹੀ ਹੈ। ਇਸ ਵੈਕਸੀਨ ਸਰਟੀਫਿਕੇਟ ਲਈ ਕਿਸੇ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ ਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਬਿਜ਼ਨੈਸਸ ਨੂੰ ਜੁਰਮਾਨੇ ਵੀ ਲਗਾਏ ਜਾਣਗੇ। Which really is quite unfair, and they're not getting a lot of support or clarity from the government as to what they're supposed to be doing. If you are running into a problem and dealing with a hostile individual, is it a call to 911? Is there a different avenue? Are there AHS enforcement officers going and periodically doing checks? And the details of it changes daily, which makes it even more tense for both businesses and patrons. Patrons don't also know what they're supposed to be doing. The current vaccination card is very easy to edit, so we need to see a more verifiable type of vaccination card, QR code. When you're flirting with having to implement a triage protocol, and actually deny care to Albertans that otherwise would receive it, you're kind of out of runway, and I think we're all trying to avoid that. And so, we've seen these lockdowns work. They're hard, and it is really the last thing that I wanted to be in front of people advocating for. But they work. ਟੋਰਾਂਟੋ 'ਚ ਭਾਰਤੀ ਵਣਜ ਦੂਤਘਰ ਦੀ ਇਮਾਰਤ ਕੋਲ ਬੰਬ ਮਿਲਿਆ ਹੈ। ਪੁਲਿਸ ਨੇ ਬੰਬ ਰੱਖਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਵਣਜ ਦੂਤਘਰ ਦੀ ਇਮਾਰਤ ਕੋਲ ਇੱਕ ਸ਼ੱਕੀ ਪੈਕੇਜ ਮਿਲਿਆ ਜਿਸ 'ਚ ਬੰਬ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਨੇ ਸਮੇਂ ਰਹਿੰਦੇ ਉਸ ਪੈਕੇਜ ਨੂੰ ਦੂਰ ਲਿਜਾ ਕੇ ਨਿਕਾਰਾ ਕਰ ਦਿੱਤਾ। ਸ਼ੱਕੀ ਪੈਕੇਜ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 3 ਵਜੇ ਸ਼ੇਰਬੋਰਨ ਸਟਰੀਟ ਕੋਲ ਬਰਲ ਸਟਰੀਟ ਦੀ ਇਮਾਰਤ ਕੋਲ ਮਿਲਿਆ। ਜਿਸ ਇਮਾਰਤ ਕੋਲ ਬੰਬ ਰੱਖਿਆ ਗਿਆ ਸੀ ਉਸ ਬਿਲਡਿੰਗ 'ਚ ਭਾਰਤੀ ਵਣਜ ਦੂਤਘਰ ਤੋਂ ਇਲਾਵਾ ਹੋਰ ਵੀ ਕਈ ਦੂਤਘਰ ਨੇ ਅਤੇ ਨਾਲ ਹੀ ਟੋਰਾਂਟੋ ਅਤੇ ਨੈਸ਼ਨਲ ਪੋਸਟ ਸਮਾਚਾਰ ਪੱਤਰਕਾਰਾਂ ਦੇ ਦਫ਼ਤਰ ਪੋਸਟ ਮੀਡੀਆ ਪਲੇਸ ਵੀ ਨੇ। ਸਥਾਨਕ ਮੀਡੀਆ ਅਨੁਸਾਰ ਸੜਕ ਵਿਚਕਾਰ ਇੱਕ ਸੂਟਕੇਸ ਪਿਆ ਹੋਇਆ ਸੀ। ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਉੱਥੇ ਰੋਡ ਬਲੌਕ ਕਰ ਦਿੱਤਾ ਅਤੇ ਲੋਕਾਂ ਨੂੰ ਉੱਥੋਂ ਆਉਣ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਬੰਬ ਨਕਾਰਾ ਟੀਮ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਇਸ ਨੂੰ ਨਸ਼ਟ ਕਰ ਦਿੱਤਾ। ਪੁਲਿਸ ਨੇ ਟਵੀਟ ਕੀਤਾ ਕਿ ਭਾਰਤੀ ਵਣਜ ਦੂਤਘਰ ਦੀ ਇਮਾਰਤ ਕੋਲ ਬੰਬ ਰੱਖਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਉਸ ਸ਼ਖਸ ਬਾਰੇ ਪੁਲਿਸ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਪਾਕਿਸਤਾਨ ਦੀ ਡਿੱਗਦੀ ਅਰਥ ਵਿਵਸਥਾ ਦਰਮਿਆਨ ਆਈ ਇੱਕ ਤਾਜ਼ਾ ਰਿਪੋਰਟ ਨੇ ਬੇਰੁਜ਼ਗਾਰੀ ਦੀ ਹਕੀਕਤ ਨੂੰ ਉਜਾਗਰ ਕੀਤਾ। ਇਮਰਾਨ ਖਾਨ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਵਿੱਚ ਅਸਫਲ ਸਾਬਤ ਹੋਈ ਹੈ, ਜਿਸ ਕਾਰਨ ਪਾਕਿਸਤਾਨ ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਈ ਕੋਰਟ ਵਿੱਚ ਚਪੜਾਸੀ ਦੇ ਇੱਕ ਅਹੁਦੇ ਲਈ 15 ਲੱਖ ਲੋਕਾਂ ਨੇ ਅਰਜ਼ੀ ਦਿੱਤੀ ਹੈ। ਪਾਕਿਸਤਾਨ ਇੰਸਟੀਚਿਊਟ ਆਫ ਡਿਵੈਲਪਮੈਂਟ ਇਕਨੋਮਿਕਸ ਦੇ ਅੰਕੜਿਆਂ ਅਨੁਸਾਰ ਪਾਕਿਸਤਾਨ ਵਿੱਚ ਬੇਰੁਜ਼ਗਾਰੀ ਦੀ ਦਰ 16% ਤੱਕ ਪਹੁੰਚ ਗਈ ਹੈ। ਇਹ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਦੇ 6.5% ਦੇ ਦਾਅਵੇ ਦੇ ਉਲਟ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਵਿੱਚ 24% ਪੜ੍ਹੇ ਲਿਖੇ ਲੋਕਾਂ ਕੋਲ ਇਸ ਵੇਲੇ ਕੋਈ ਨੌਕਰੀ ਨਹੀਂ ਹੈ। ਇਹ ਨਿਰਾਸ਼ਾ ਦੀ ਗੱਲ ਹੈ ਕਿ ਐਮ.ਫਿਲ ਵਰਗੀ ਡਿਗਰੀ ਰੱਖਣ ਵਾਲੇ ਵੀ ਚਪੜਾਸੀ ਦੀ ਨੌਕਰੀ ਲਈ ਅਰਜ਼ੀ ਦੇਣ ਲਈ ਮਜਬੂਰ ਨੇ। ਇਕਵਾਡੋਰ ਦੇ ਗਵਾਇਆਕਿਲ ਸ਼ਹਿਰ ਵਿੱਚ ਸਥਿਤ ਇੱਕ ਜ਼ਿਲ੍ਹੇ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ ਵਿੱਚ 116 ਲੋਕਾਂ ਦੀ ਮੌਤ ਹੋ ਗਈ ਅਤੇ 80 ਲੋਕ ਜ਼ਖਮੀ ਹੋਏ ਨੇ। ਇਕਵਾਡੋਰ ਦੇ ਰਾਸ਼ਟਰਪਤੀ ਗੁਇਲੇਮੋਰੋ ਲਾਸੋ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਤਾਜ਼ਾ ਜਾਣਕਾਰੀ ਮੁਤਾਬਿਕ 116 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 80 ਹੋਰ ਜ਼ਖਮੀ ਹੋਏ ਨੇ। ਇਹ ਸਾਰੇ ਲੋਕ ਕੈਦੀ ਨੇ, ਕੋਈ ਕਰਮਚਾਰੀ ਜ਼ਖਮੀ ਨਹੀਂ ਹੋਇਆ। ਗਵਾਇਆਕਿਲ ਦੀ ਲਿਟੋਰਲ ਜੇਲ੍ਹ ਵਿੱਚ ਗੋਲੀਬਾਰੀ ਅਤੇ ਧਮਾਕੇ ਦੀ ਰਿਪੋਰਟ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਝੜਪਾਂ ਦੌਰਾਨ ਆਟੋਮੈਟਿਕ ਰਾਈਫਲਾਂ ਅਤੇ ਹੱਥ ਗੋਲੇ ਦਾ ਇਸਤੇਮਾਲ ਕੀਤਾ ਗਿਆ। ਲਾਸੋ ਦੇ ਸੀਨੀਅਰ ਅਧਿਕਾਰੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਰਾਸ਼ਟਰਪਤੀ ਜੇਲ੍ਹ ਪ੍ਰਣਾਲੀ ਵਿੱਚ 60 ਦਿਨਾਂ ਲਈ ਐਮਰਜੈਂਸੀ ਦਾ ਐਲਾਨ ਵੀ ਕੀਤਾ ਗਿਆ ਹੈ। ਅਮਰੀਕਾ ਦੇ ਟੈਕਸਸ 'ਚ ਇੱਕ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ ਬਾਈਡਨ ਪ੍ਰਸ਼ਾਸਨ ਨੇ ਸਿਰਫ 9 ਦਿਨਾਂ 'ਚ ਲਗਭਗ 4000 ਹਥਿਆਈ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਹੈ।
इन्हां 'ਚ सैकड़ों परिवार बच्चों समेत सन अते उन्हां नूं शरण मंगण दी आग्या दित्ते बगैर वापस भेजा गया। बाइडन प्रशासन ने इन्हां प्रवासियों नूं कोरोना महामारी दौरान ट्रंप प्रशासन द्वारा बनाई एमरजेंसी नीति के तहत जनतक तौर पर डिपोर्ट किया, जिसनूं टाइटल 42 वजों जाणिया जांदा है। होमलैंड सिक्योरिटी विभाग के आंकड़िਆਂ अनुसार 19 ਅਤੇ 27 ਸਤੰਬਰ ਦੇ ਵਿਚਕਾਰ 37 डिपोर्ट उड़ाना 3936 प्रवासियों के नाल हैती 'ਚ उतरियां, जिन्हां 'ਚ 2300 मापे ਅਤੇ बच्चे शामिल सन। फिलहाल वर्ल्ड पंजाबी न्यूज़ इस बुलेटिन में इन्ना ही। हो ताज़ा खबरां लई वेखदे ਰਹੋ चढ़दी कला टाइम टीवी। मैनूं दिओ आग्या। धन्नवाद।